BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਕੈਨੇਡਾ ਗਾਜ਼ਾ ਵਿੱਚ ਕੈਨੇਡੀਅਨਸ ਦੇ ਪਰਿਵਾਰਕ ਮੈਂਬਰਾਂ ਲਈ ਨਵੇਂ ਅਸਥਾਈ ਇਮੀਗ੍ਰੇਸ਼ਨ ਉਪਾਅ ਕਰ ਰਿਹਾ ਹੈ ਸ਼ੁਰੂ। ਹੋਂਡਾ ਨੇ ਸੰਭਾਵਿਤ ਤੌਰ ਤੇ ਇੰਜਨ ਫੇਲ ਹੋਣ ਦੀ ਖਰਾਬੀ ਕਾਰਨ ਕੈਨੇਡਾ ਤੋਂ ਕਰੀਬ 300,000 ਵਾਹਨ ਮੰਗਵਾਏ ਵਾਪਸ। ਪ੍ਰਾਗ ਵਿੱਚ ਇੱਕ ਯੂਨੀਵਰਸਿਟੀ 'ਚ ਹੋਈ ਭਿਆਨਕ ਗੋਲੀਬਾਰੀ, ਕਈ ਵਿਦਿਆਰਥੀਆਂ ਦੀ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ। ਚੀਨ 'ਚ ਕੋਲੇ ਦੀ ਖਾਨ 'ਚ ਵਾਪਰਿਆ ਵੱਡਾ ਹਾਦਸਾ, ਦੱਬਣ ਕਾਰਨ 12 ਲੋਕਾਂ ਦੀ ਹੋਈ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਲੰਘੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਗਾਜ਼ਾ ਦੇ ਲੋਕਾਂ ਦੀ ਮਦਦ ਲਈ ਨਵੇਂ ਅਸਥਾਈ ਇਮੀਗ੍ਰੇਸ਼ਨ ਉਪਾਅ ਕਰ ਰਿਹਾ ਹੈ ਜੋ ਕੈਨੇਡੀਅਨਸ ਦੇ ਨਾਲ-ਨਾਲ ਇਜ਼ਰਾਈਲੀ ਅਤੇ ਫਲਸਤੀਨੀ ਲੋਕਾਂ ਨਾਲ ਸੰਬੰਧਿਤ ਹਨ। ਫੈਡਰਲ ਸਰਕਾਰ ਕੈਨੇਡੀਅਨ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਦੇ ਤਤਕਾਲੀ ਪਰਿਵਾਰਕ ਮੈਂਬਰਾਂ ਲਈ ਫੀਸ ਮੁਕਤ ਸਟੱਡੀ ਪਰਮਿਟ ਜਾਂ ਓਪਨ ਵਰਕ ਪਰਮਿਟ ਉਪਲਬਧ ਕਰਵਾ ਰਹੀ ਹੈ, ਬਸ਼ਰਤੇ ਕਿ ਉਹ ਵਰਤਮਾਨ ਵਿੱਚ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੇ 7 ਅਕਤੂਬਰ ਨੂੰ ਜਾਂ ਇਸ ਤੋਂ ਬਾਅਦ ਇਜ਼ਰਾਈਲ ਜਾਂ ਫਲਸਤੀਨੀ ਖੇਤਰ ਛੱਡ ਦਿੱਤੇ ਹਨ। ਇਸ ਤੋਂ ਇਲਾਵਾ ਇਹ ਨੋਟ ਕਰਦੇ ਹੋਏ ਕਿ ਬਹੁਤ ਸਾਰੇ ਕੈਨੇਡੀਅਨ ਇਸ ਸਮੇਂ ਗਾਜ਼ਾ ਵਿੱਚ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਬਾਰੇ ਚਿੰਤਤ ਹਨ, ਸਰਕਾਰ ਕੈਨੇਡੀਅਨ ਨਾਗਰਿਕਾਂ ਦੇ ਵਿਸਤ੍ਰਿਤ ਪਰਿਵਾਰਕ ਮੈਂਬਰਾਂ ਅਤੇ ਗਾਜ਼ਾ ਵਿੱਚ ਸਥਾਈ ਨਿਵਾਸੀਆਂ ਲਈ ਅਸਥਾਈ ਨਿਵਾਸ ਦਾ ਸਮਰਥਨ ਕਰਨ ਜਾ ਰਹੀ ਹੈ ਤਾਂ ਜੋ ਉਹ ਕੈਨੇਡਾ ਆ ਸਕਣ ਅਤੇ ਇੱਥੇ ਰਹਿ ਰਹੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੁਬਾਰਾ ਮਿਲ ਸਕਣ। ਰਿਪੋਰਟ ਮੁਤਾਬਕ ਯੋਗ ਵਿਸਤ੍ਰਿਤ ਪਰਿਵਾਰਕ ਮੈਂਬਰਾਂ ਵਿੱਚ ਸ਼ਾਮਲ ਹਨ ਜੀਵਨ ਸਾਥੀ, ਕਾਮਨ ਲਾਅ ਪਾਰਟਨਰ, ਬੱਚੇ ਦੀ ਉਮਰ ਦੀ ਪਰਵਾਹ ਕੀਤੇ ਬਿਨਾਂ ਪੋਤੇ-ਪੋਤੀ, ਭੈਣ-ਭਰਾ, ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਅਤੇ ਨਾਲ ਹੀ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ। ਮਿਲਰ ਨੇ ਓਟਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਜ਼ਰਾਈਲ, ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਸੰਘਰਸ਼ ਤੋਂ ਪ੍ਰਭਾਵਿਤ ਕੈਨੇਡੀਅਨਸ ਲਈ ਇੱਕ ਅਪਡੇਟ ਪ੍ਰਦਾਨ ਕਰਦੇ ਹੋਏ ਇਹ ਐਲਾਨ ਕੀਤਾ ਹੈ। ਸਭ ਤੋਂ ਪਹਿਲਾਂ ਇਸ ਖਬਰ ਦਾ ਸੰਕੇਤ ਦਿੰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਸਰਕਾਰ ਨੇ 600 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗਾਜ਼ਾ ਖਾਲੀ ਕਰਨ ਵਿੱਚ ਸਹਾਇਤਾ ਕੀਤੀ ਹੈ, ਪਰ ਅਜੇ ਹੋਰ ਕੰਮ ਕਰਨ ਦੀ ਲੋੜ ਬਾਕੀ ਹੈ। ਹੋਂਡਾ ਕੈਨੇਡਾ ਨੇ ਲੰਘੇ ਵੀਰਵਾਰ ਨੂੰ ਐਲਾਨ ਕੀਤਾ ਕਿ 2,97,836 ਤੱਕ ਵਾਹਨ ਇਸ ਦੇ ਨਵੀਨਤਮ ਰੀਕਾਲ ਦੁਆਰਾ ਪ੍ਰਭਾਵਿਤ ਹੋਏ ਹਨ ਕਿਉਂਕਿ ਇੱਕ ਫਿਊਲ ਪੰਪ ਡਿਫੈਕਟ ਕਾਰਨ ਸੰਭਾਵਿਤ ਤੌਰ ਤੇ ਇੰਜਨ ਫੇਲ ਹੋਣ ਜਾਂ ਡਰਾਈਵਿੰਗ ਦੌਰਾਨ ਰੁਕਣ ਦੇ ਜ਼ੋਖਮਾਂ ਨੂੰ ਵਧਾਉਂਦਾ ਹੈ। ਪ੍ਰਭਾਵਿਤ ਵਾਹਨਾਂ ਵਿੱਚ 2018 ਤੋਂ 2020 ਹੋਂਡਾ ਅਕੋਰਡ, ਸਿਵਿਕ, ਕਲੈਰਿਟੀ, CR-V, ਫਿਟ, HRV, ਇਨਸਾਈਟ, ਓਡਸੀ, ਪਾਸਪੋਰਟ ਅਤੇ ਰਿਜਲਾਈਨ ਮਾਡਲ ਸ਼ਾਮਲ ਹਨ। ਕੁਝ 2018 ਤੋਂ 2020 ਐਕੁਰਾ, ILX, MDX, NSX, RDX, RLX ਅਤੇ TLX ਮਾਡਲ ਵੀ ਪ੍ਰਭਾਵਿਤ ਹੋਏ ਹਨ। ਹੋਂਡਾ ਕੈਨੇਡਾ ਦੀ ਵੈਬਸਾਈਟ ਤੇ ਇਹ ਪੂਰੀ ਸੂਚੀ ਉਪਲਬਧ ਹੈ। US ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰਕਾਸ਼ਿਤ ਦਸਤਾਵੇਜ਼ਾਂ ਦੇ ਮੁਤਾਬਕ ਸੰਯੁਕਤ ਰਾਜ ਵਿੱਚ 2.5 ਮਿਲੀਅਨ ਤੋਂ ਵੱਧ ਹੋਂਡਾ ਵਾਹਨਾਂ ਨੂੰ ਵੀ ਵਾਪਸ ਬੁਲਾਇਆ ਗਿਆ ਸੀ। ਹੈਡ ਕਲਾਈਮੇਟੋਲੋਜਿਸਟ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਸ ਸਾਲ ਹਰੀ ਭਰੀ ਕ੍ਰਿਸਮਸ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਐਲ ਨੀਨੋ ਗਰਮ ਗਰਮੀਆਂ ਤੋਂ ਬਾਅਦ ਹੁੰਦਾ ਹੈ। ਕੈਨੇਡਾ ਦੇ ਮੁੱਖ ਜਲਵਾਯੂ ਵਿਗਿਆਨੀ ਦਾ ਕਹਿਣਾ ਹੈ ਕਿ ਕੈਨੇਡਾ 'ਚ ਇਸ ਸਾਲ ਲੋਕ ਗ੍ਰੀਨ ਕ੍ਰਿਸਮਸ ਸੈਲੀਬ੍ਰੇਟ ਕਰਦੇ ਨਜ਼ਰ ਆਉਣਗੇ ਕਿਉਂਕਿ ਐਲ ਨੀਨੋ ਕਰਕੇ ਮੌਸਮ 'ਚ ਤਬਦੀਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਵਾਇਰਨਮੈਂਟ ਕੈਨੇਡਾ ਦੇ ਡੇਵਿਡ ਫਿਲਿਪਸ ਦਾ ਕਹਿਣਾ ਹੈ ਕਿ ਇਸ ਸਾਲ ਦੇਸ਼ ਦਾ ਜ਼ਿਆਦਾਤਰ ਹਿੱਸਾ ਅਸਾਧਾਰਨ ਤੌਰ ਤੇ ਖੁਸ਼ਕ ਅਤੇ ਗਰਮ ਰਿਹਾ ਹੈ। ਇਹ ਇੱਕ ਹਰੇ ਯੂਲ ਨੂੰ ਜੋੜਦਾ ਹੈ ਕਿਉਂਕਿ ਬਰਫ਼ ਨੂੰ ਡਿੱਗਣ ਦਾ ਮੌਕਾ ਨਹੀਂ ਮਿਲਿਆ ਅਤੇ ਜਦੋਂ ਬਰਫ਼ ਪੈਂਦੀ ਹੈ ਇਹ ਪਿਘਲ ਜਾਂਦੀ ਹੈ। ਫਿਲਿਪਸ ਦਾ ਕਹਿਣਾ ਹੈ ਕਿ ਇਹ ਇੱਕ ਮਜ਼ਬੂਤ ਐਲ ਨੀਨੋ ਪੈਟਰਨ ਦਾ ਨਤੀਜਾ ਹੈ ਜੋ ਇਸ ਪਤਝੜ ਵਿੱਚ ਬਸੰਤ ਅਤੇ ਗਰਮੀ ਤੋਂ ਬਾਅਦ ਆ ਰਿਹਾ ਹੈ ਜੋ ਪਹਿਲਾਂ ਹੀ ਅਸਾਧਾਰਨ ਤੌਰ ਤੇ ਗਰਮ ਸੀ। ਉਹ ਕਹਿੰਦਾ ਹੈ ਕਿ ਕੈਨੇਡੀਅਨਸ ਨੂੰ ਅਜੇ ਵੀ ਕੁਝ ਗੰਭੀਰ ਸਰਦੀਆਂ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ, ਪਰ ਨਾਲ ਹੀ ਉਹ ਇਹ ਵੀ ਕਹਿੰਦਾ ਹੈ ਕਿ ਦੇਸ਼ ਦੇ ਕੁਝ ਹਿੱਸਿਆਂ, ਖਾਸ ਤੌਰ ਤੇ ਪੱਛਮੀ ਹਿੱਸਿਆਂ ਵਿੱਚ ਆਉਣ ਵਾਲੇ ਸਾਲ ਵਿੱਚ ਗੰਭੀਰ ਸੋਕੇ ਅਤੇ ਵਾਈਲਡ ਫਾਇਰ ਦੇ ਮੌਸਮ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ ਜਦੋਂ ਤੱਕ ਕਿ ਕੁਝ ਬਰਫ਼ ਨਹੀਂ ਪੈਂਦੀ। ਐਲਬਰਟਾ ਨੇ ਪ੍ਰੋਵਿੰਸ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਫੰਡ ਸੁਧਾਰਾਂ ਵਿੱਚ ਮਦਦ ਲਈ ਫੈਡਰਲ ਸਰਕਾਰ ਨਾਲ $1.6 ਬਿਲੀਅਨ ਦੇ 3 ਸਾਲਾਂ ਦੇ ਸੌਦੇ ਤੇ ਹਸਤਾਖਰ ਕੀਤੇ ਹਨ। ਬ੍ਰਿਟਿਸ਼ ਕੋਲੰਬੀਆ ਨੇ ਅਕਤੂਬਰ ਵਿੱਚ ਇਸ ਤਰ੍ਹਾਂ ਦੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਅਤੇ ਪ੍ਰਿੰਸ ਐਡਵਰਡ ਆਈਲੈਂਡ ਨੇ ਲੰਘੇ ਮੰਗਲਵਾਰ ਨੂੰ ਇਸ ਦੇ ਸਮਝੌਤੇ ਤੇ ਦਸਤਖਤ ਕੀਤੇ, ਜਿਸ ਤੋਂ ਬਾਅਦ ਓਟਵਾ ਨਾਲ ਸਮਝੌਤਾ ਕਰਨ ਵਾਲਾ ਐਲਬਰਟਾ ਤੀਜਾ ਸੂਬਾ ਹੈ। ਦੁਵੱਲੇ ਸੌਦੇ $196 ਬਿਲੀਅਨ 10 ਸਾਲਾਂ ਦੇ ਰਾਸ਼ਟਰੀ ਸਿਹਤ ਸਮਝੌਤੇ ਦਾ ਹਿੱਸਾ ਹਨ, ਜਿਸ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਰਵਰੀ ਵਿੱਚ ਪ੍ਰੀਮੀਅਰਸ ਨੂੰ ਪੇਸ਼ਕਸ਼ ਕੀਤੀ ਸੀ। ਪ੍ਰੋਵਿੰਸਾਂ ਅਤੇ ਪ੍ਰਦੇਸ਼ਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਡਿਜੀਟਲ ਮੈਡੀਕਲ ਰਿਕਾਰਡਾਂ ਵਿੱਚ ਵੱਡੇ ਪੱਧਰ ਤੇ ਅਪਗ੍ਰੇਡ ਕਰਨ ਅਤੇ ਸਿਹਤ ਸੰਭਾਲ ਡੇਟਾ ਦੇ ਸੰਗ੍ਰਹਿ ਦੇ ਨਾਲ-ਨਾਲ ਟੀਚਿਆਂ ਅਤੇ ਸਮਾਂ ਸੀਮਾਵਾਂ ਨੂੰ ਪੂਰਾ ਕਰਨ ਲਈ ਲੇਖਾ ਜੋਖਾ ਕਰਨ ਲਈ ਵਚਨਬੱਧ ਹੋਣਗੇ। ਐਲਬਰਟਾ ਦੀ ਸਿਹਤ ਮੰਤਰੀ ਐਡਰੀਆਨਾ ਲਗਰੇਂਜ ਨੇ ਕਿਹਾ ਕਿ ਇਹ ਪੈਸਾ ਅਗਲੇ 3 ਸਾਲਾਂ ਵਿੱਚ ਸਿਹਤ ਅਤੇ ਮਾਨਸਿਕ ਸਿਹਤ ਦੀਆਂ ਤਰਜੀਹਾਂ ਨੂੰ ਸਮਰਥਨ ਦੇਣ ਲਈ ਹੈ। ਲਗਰੇਂਜ ਨੇ ਕਿਹਾ ਕਿ ਪ੍ਰੋਵਿੰਸ ਪ੍ਰਾਇਮਰੀ ਦੇਖਭਾਲ ਪ੍ਰਦਾਤਾਵਾਂ ਜਿਵੇਂ ਕਿ ਡਾਕਟਰਾਂ ਜਾਂ ਨਰਸ ਪ੍ਰੈਕਟੀਸ਼ਨਰਸ ਤੱਕ ਪਹੁੰਚ ਵਧਾਏਗਾ, ਜ਼ਰੂਰੀ ਦੇਖਭਾਲ ਲਈ ਉਡੀਕ ਸਮੇਂ ਵਿੱਚ ਸੁਧਾਰ ਕਰੇਗਾ ਅਤੇ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਸੇਵਾਵਾਂ ਪ੍ਰਦਾਨ ਕਰੇਗਾ।
ਦੱਸ ਦਈਏ ਕਿ ਕਿਊਬੈਕ ਇਕਲੌਤਾ ਪ੍ਰੋਵਿੰਸ ਹੈ ਜੋ ਸਮਝੌਤੇ ਲਈ ਸਿਧਾਂਤਕ ਤੌਰ ਤੇ ਸਹਿਮਤ ਨਹੀਂ ਹੋਇਆ ਹੈ ਤੇ ਫੈਡਰਲ ਸਰਕਾਰ ਦੁਆਰਾ ਫੰਡਿੰਗ ਤੇ ਰੱਖੀਆਂ ਸ਼ਰਤਾਂ ਦੇ ਵਿਰੁੱਧ ਪਿੱਛੇ ਹਟ ਗਿਆ ਹੈ। ਭੀੜ ਭੜੱਕੇ ਵਾਲੇ ਐਮਰਜੈਂਸੀ ਕਮਰੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਮਰੀਜ਼ਾਂ ਅਤੇ ਸਟਾਫ ਨੂੰ ਨਿਰਾਸ਼ ਕਰ ਰਹੇ ਹਨ ਕਿਉਂਕਿ ਸਾਹ ਦੀ ਬਿਮਾਰੀ ਦਾ ਮੌਸਮ ਦੇਖਭਾਲ ਲਈ ਲੰਬੇ ਇੰਤਜ਼ਾਰ ਨੂੰ ਵਧਾ ਦਿੰਦਾ ਹੈ। ਸਿਹਤ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਬਿਸਤਰੇ ਦੀ ਘਾਟ, ਇੱਕ ਸੀਨੀਅਰ ਸਿਟੀਜ਼ਨਸ ਦੀ ਆਬਾਦੀ ਅਤੇ ਕਮਿਊਨਿਟੀ ਦੇਖਭਾਲ ਦੀ ਘਾਟ ਦੇ ਨਾਲ ਇਹ ਇੱਕ ਸੰਕਟ ਪੈਦਾ ਕਰ ਰਿਹਾ ਹੈ। ਪੈਕਡ ਐਮਰਜੈਂਸੀ ਰੂਮ ਵੀ ਕਿਊਬੈਕ ਵਿੱਚ ਇੱਕ ਵੱਡੀ ਚਿੰਤਾ ਹਨ, ਜਿੱਥੇ ਸਿਹਤ ਮੰਤਰੀ ਕ੍ਰਿਸਟੀਅਨ ਡੂਬ ਨੇ ਲੰਘੇ ਬੁੱਧਵਾਰ ਨੂੰ ਕਿਹਾ ਕਿ ਜਨਤਾ ਨੂੰ ਐਮਰਜੈਂਸੀ ਰੂਮਸ ਵਿੱਚ ਜਾਣ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ ਜੇ ਉਹ ਕਰ ਸਕਦੇ ਹਨ ਅਤੇ ਇਸ ਦੀ ਬਜਾਏ ਫੈਮਿਲੀ ਮੈਡੀਸਿਨ ਕਲੀਨਿਕਸ ਜਾਂ ਨਰਸ ਪ੍ਰੈਕਟੀਸ਼ਨਰਸ ਦੀ ਅਗਵਾਈ ਵਾਲੇ ਕਲੀਨਿਕਸ ਵਿੱਚ ਦੇਖਭਾਲ ਪਾਲਣ। ਉਸਨੇ ਇਹ ਐਲਾਨ ਪ੍ਰੋਵਿੰਸ ਦੇ ਐਮਰਜੈਂਸੀ ਰੂਮਸ ਵਿੱਚ ਮੁੱਖ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਦੁਆਰਾ ਇੱਕ ਪੱਤਰ ਭੇਜਣ ਤੋਂ ਬਾਅਦ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਭੀੜ ਨਿਯੰਤਰਣ ਤੋਂ ਬਾਹਰ ਹੈ। ਕਿਊਬੈਕ ਵਿੱਚ ਐਮਰਜੈਂਸੀ ਰੂਮ ਡਾਕਟਰਾਂ ਦੀ ਇੱਕ ਐਸੋਸੀਏਸ਼ਨ ਦੇ ਮੁਖੀ ਡਾਕਟਰ ਜੂਡੀ ਮੌਰਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਆਕਿਊਪੈਂਸੀ ਦੀਆਂ ਦਰਾਂ ਪਹਿਲਾਂ ਜਿੰਨੀਆਂ ਉੱਚੀਆਂ ਸਨ ਅਤੇ ਕੁਝ ਹਸਪਤਾਲਾਂ ਵਿੱਚ ਨਿਯਮਿਤ ਤੌਰ ਤੇ ਐਮਰਜੈਂਸੀ ਰੂਮਸ ਮਰੀਜ਼ਾਂ ਨਾਲੋਂ ਦੁੱਗਣੇ ਹੁੰਦੇ ਹਨ, ਜਿਨ੍ਹਾਂ ਦੀ ਉਹ ਸਾਂਭ ਸੰਭਾਲ ਕਰ ਸਕਦੇ ਹਨ। ਹੈਲਥ ਡੇਟਾ ਵੈਬਸਾਈਟ ਇੰਡੈਕਸ ਸੈਂਟਰ ਨੇ ਕਿਹਾ ਕਿ ਲੰਘੇ ਵੀਰਵਾਰ ਸਵੇਰੇ ਕਿਊਬੈਕ ਵਿੱਚ ਔਸਤ ਐਮਰਜੈਂਸੀ ਵਿਭਾਗ ਦਾ ਕਬਜ਼ਾ 120% ਤੋਂ ਉੱਪਰ ਸੀ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਐਮਰਜੈਂਸੀ ਕਮਰਿਆਂ ਵਿੱਚ ਵੀ ਭੀੜ ਮੌਜੂਦ ਹੈ। ਡਾਕਟਰ ਮਾਈਕਲ ਹਾਊਲੇਟ ਕੈਨੇਡੀਅਨ ਐਸੋਸੀਏਸ਼ਨ ਆਫ ਐਮਰਜੈਂਸੀ ਫਿਜ਼ੀਸ਼ੀਅਨਸ ਦੇ ਪ੍ਰਧਾਨ ਨੇ ਕਿਹਾ ਕਿ ਗਰੁੱਪ ਅਗਲੇ ਸਾਲ ਇੱਕ ਰਾਸ਼ਟਰੀ ਫੋਰਮ ਬੁਲਾਉਣ ਦੀ ਉਮੀਦ ਕਰ ਰਿਹਾ ਹੈ ਜੋ ਨੀਤੀ ਨਿਰਮਾਤਾਵਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਇਸ ਗੱਲ ਤੇ ਵਿਚਾਰ ਕਰਨ ਲਈ ਇਕੱਠੇ ਕਰੇਗਾ ਕਿ ਸਿਹਤ ਸੰਭਾਲ ਪ੍ਰਣਾਲੀ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਉਹ ਦਬਾਅ ਜੋ ਐਮਰਜੈਂਸੀ ਰੂਮਸ ਨੂੰ ਪ੍ਰਭਾਵਿਤ ਕਰਦੇ ਹਨ, ਉਸ ਵਿੱਚ ਉਹਨਾਂ ਮਰੀਜ਼ਾਂ ਲਈ ਹਸਪਤਾਲ ਦੇ ਬਿਸਤਰਿਆਂ ਦੀ ਘਾਟ ਸ਼ਾਮਲ ਹੈ ਜਿਨ੍ਹਾਂ ਨੂੰ ਐਮਰਜੈਂਸੀ ਰੂਮਸ ਤੋਂ ਟ੍ਰਾਂਸਫਰ ਕਰਨ ਦੀ ਲੋੜ ਹੈ। ਹਸਪਤਾਲ ਦੇ ਵਾਰਡਾਂ ਵਿੱਚ ਰਹਿੰਦੇ ਮਰੀਜ਼ਾਂ ਲਈ ਲੰਬੇ ਸਮੇਂ ਦੀ ਦੇਖਭਾਲ ਵਾਲੇ ਬਿਸਤਰੇ ਅਤੇ ਹੋਮ ਕੇਅਰ ਸਟਾਫ ਦੀ ਘਾਟ ਅਤੇ ਸਟਾਫ ਦੀ ਭਰਤੀ ਅਤੇ ਧਾਰਨ ਦੇ ਮੁੱਦੇ ਸ਼ਾਮਲ ਹਨ। ਓਨਟਾਰੀਓ ਨਰਸਾਂ ਦੇ ਸਮੂਹ ਦੀ ਮੁਖੀ ਨੇ ਕਿਹਾ ਕਿ ਨਰਸਾਂ ਕੋਵਿਡ-19 ਮਹਾਮਾਰੀ ਦੇ ਸਿਖਰ ਤੇ ਲੰਬੇ ਕੰਮ ਦੇ ਘੰਟੇ ਸਹਿਣ ਤੋਂ ਬਾਅਦ ਹਾਵੀ ਹੋ ਗਈਆਂ ਹਨ, ਜਿਸ ਕਾਰਨ ਕੁਝ ਨੂੰ ਜਨਤਕ ਸਿਹਤ ਜਾਂ ਏਜੰਸੀਆਂ ਵਿੱਚ ਨੌਕਰੀਆਂ ਲਈ ਛੱਡਣ ਲਈ ਮਜਬੂਰ ਕੀਤਾ ਗਿਆ ਹੈ ਜੋ ਉਹਨਾਂ ਨੂੰ ਵਧੇਰੇ ਸੰਤੁਲਨ ਦਿੰਦੇ ਹਨ। ਦਸੰਬਰ 2020 ਵਿੱਚ ਰਵਾਨਾ ਹੋਣ ਤੋਂ ਪਹਿਲਾਂ ਕਿਚਨਰ ਓਨਟਾਰੀਓ ਵਿੱਚ 20 ਸਾਲਾਂ ਲਈ ਇੱਕ ਐਮਰਜੈਂਸੀ ਰੂਮ ਨਰਸ ਵਜੋਂ ਕੰਮ ਕਰਨ ਵਾਲੇ ਏਰਿਸ ਨੇ ਕਿਹਾ ਕਿ ਇਕੱਲੇ ਓਨਟਾਰੀਓ ਨੂੰ 24,000 ਹੋਰ ਰਜਿਸਟਰਡ ਨਰਸਾਂ ਦੀ ਲੋੜ ਹੈ, ਪਰ ਕੰਮ ਕਰਨ ਦੀਆਂ ਸਥਿਤੀਆਂ ਨਵੇਂ ਭਰਤੀਆਂ ਨੂੰ ਬਿਲਕੁਲ ਆਕਰਸ਼ਿਤ ਨਹੀਂ ਕਰ ਰਹੀਆਂ ਹਨ। ਮਾਮਲੇ ਨੂੰ ਹੋਰ ਬੱਤਰ ਬਣਾਉਣਾ ਇਹ ਹੈ ਕਿ ਕੁਝ ਰੂਰਲ ਏਰੀਆਜ਼ ਵਿੱਚ ਐਮਰਜੈਂਸੀ ਕਮਰੇ ਅਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਹਨ ਜਾਂ ਸਟਾਫ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ ਹਨ। ਮਰੀਜ਼ਾਂ ਨੂੰ ਦੇਖਭਾਲ ਲਈ ਹੋਰ ਸਫ਼ਰ ਕਰਨ ਲਈ ਛੱਡ ਦਿੱਤਾ ਗਿਆ ਹੈ। ਓਨਟਾਰੀਓ ਦੇ ਸ਼ਹਿਰ ਇੰਸਫਿਲ ਤੇ ਸਾਊਥ ਸਿਮਕੋ 'ਚ ਜਿਨਸੀ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਔਰਤ ਨੂੰ ਫੜੇ ਜਾਣ ਦੀ ਪੁਲਿਸ ਨੂੰ ਰਿਪੋਰਟ ਮਿਲਣ ਤੋਂ ਬਾਅਦ ਮਈ ਵਿੱਚ ਸ਼ੁਰੂ ਹੋਈ ਇੰਸਫਿਲ ਵਿੱਚ ਮਨੁੱਖੀ ਤਸਕਰੀ ਦੀ ਜਾਂਚ ਦੇ ਸੰਬੰਧ ਵਿੱਚ 7 ਲੋਕ ਹੁਣ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੌਰਾਨ ਜਾਂਚ ਦੇ ਨਤੀਜੇ ਵਜੋਂ ਮਨੁੱਖੀ ਤਸਕਰੀ ਦੇ ਦੋਸ਼ ਹੇਠ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਨਵੰਬਰ ਵਿੱਚ 2 ਰਿਹਾਇਸ਼ਾਂ ਦੀ ਤਲਾਸ਼ੀ ਲਈ ਗਈ ਸੀ, ਜਿਸ ਦੇ ਨਤੀਜੇ ਵਜੋਂ 3 ਗ੍ਰਿਫਤਾਰੀਆਂ ਹੋਈਆਂ ਸਨ ਅਤੇ ਕਥਿਤ ਤੌਰ ਤੇ $30,000 ਦੀ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ ਸਨ। ਉਸ ਸਮੇਂ ਪੁਲਿਸ ਨੇ ਕਿਹਾ ਕਿ 3 ਔਰਤਾਂ ਨੂੰ ਇੱਕ ਨਿਵਾਸ ਤੋਂ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਗਿਆ ਸੀ। ਪੁਲਿਸ ਨੇ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ, ਜਿਸ ਨੇ 20 ਨਵੰਬਰ ਨੂੰ ਆਤਮ ਸਮਰਪਣ ਕੀਤਾ ਸੀ। ਅਦਾਲਤ ਵਿੱਚ ਹਰੇਕ ਮੁਲਜ਼ਮ ਖਿਲਾਫ ਦੋਸ਼ਾਂ ਦੀ ਜਾਂਚ ਨਹੀਂ ਕੀਤੀ ਗਈ ਹੈ। ਪੁਲਿਸ ਕਿਸੇ ਵੀ ਵਿਅਕਤੀ ਨੂੰ ਇਸ ਕੇਸ ਬਾਰੇ ਜਾਣਕਾਰੀ ਦੇਣ ਲਈ ਤਫਤੀਸ਼ਕਾਰਾਂ ਨਾਲ ਜਾਂ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ। ਇੱਕ ਇਕੱਲੇ ਬੰਦੂਕਧਾਰੀ ਨੇ ਡਾਊਨਟਾਊਨ ਪ੍ਰਾਗ ਵਿੱਚ ਇੱਕ ਯੂਨੀਵਰਸਿਟੀ ਦੀ ਇਮਾਰਤ ਵਿੱਚ ਲੰਘੇ ਵੀਰਵਾਰ ਨੂੰ ਗੋਲੀਬਾਰੀ ਕੀਤੀ, ਜਿਸ ਵਿੱਚ ਚੈਕ ਰਿਪਬਲਿਕ ਦੇ ਸਭ ਤੋਂ ਭਿਆਨਕ ਸਮੂਹਿਕ ਗੋਲੀਬਾਰੀ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਿਸ ਅਤੇ ਬਚਾਅ ਕਾਰਮੀਆਂ ਵੱਲੋਂ ਦਿੱਤੀ ਗਈ ਹੈ। ਪ੍ਰਾਗ ਦੇ ਪੁਲਿਸ ਮੁਖੀ ਮਾਰਟਿਨ ਵੌਨ ਸਟ੍ਰੇਕ ਨੇ ਕਿਹਾ ਕਿ ਇਹ ਮਾਸ ਸ਼ੂਟਿੰਗ ਦੀ ਘਟਨਾ ਚਾਰਲਸ ਯੂਨੀਵਰਸਿਟੀ ਦੇ ਦਰਸ਼ਨ ਵਿਭਾਗ ਦੀ ਇਮਾਰਤ ਵਿੱਚ ਸ਼ੁਰੂ ਹੋਈ, ਜਿੱਥੇ ਗੋਲੀ ਚਲਾਉਣ ਵਾਲਾ ਵਿਦਿਆਰਥੀ ਮੌਜੂਦ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀ ਦੀ ਵੀ ਮੌਤ ਹੋ ਗਈ ਹੈ, ਹਾਲਾਂਕਿ ਉਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ 24 ਜ਼ਖਮੀ ਹੋਏ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਦੌਰਾਨ ਪੁਲਿਸ ਨੇ ਪੀੜਤਾਂ ਬਾਰੇ ਹੋਰ ਕੋਈ ਵੇਰਵਾ ਨਹੀਂ ਦਿੱਤਾ ਹੈ ਤੇ ਨਾ ਹੀ ਇਸ ਗੋਲੀਬਾਰੀ ਦੇ ਸੰਭਾਵਿਤ ਉਦੇਸ਼ ਬਾਰੇ ਜਾਣਕਾਰੀ ਦਿੱਤੀ ਹੈ। ਚੈਕ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਕਿਸੇ ਕੱਟੜਪੰਥੀ ਵਿਚਾਰਧਾਰਾ ਜਾਂ ਸਮੂਹਾਂ ਨਾਲ ਸੰਬੰਧ ਹੋਣ ਦਾ ਸ਼ੱਕ ਨਹੀਂ ਹੈ। ਪੁਲਿਸ ਮੁਖੀ ਨੇ ਸ਼ੂਟਰ ਨੂੰ ਇੱਕ ਸ਼ਾਨਦਾਰ ਵਿਦਿਆਰਥੀ ਦੱਸਿਆ, ਜਿਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ, ਪਰ ਉਸਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਸਰਕਾਰ ਨੇ ਜਲਦੀ ਹੀ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਕਤਲੇਆਮ ਵਿਦੇਸ਼ੀ ਹਿੱਤਾਂ ਦੁਆਰਾ ਕੀਤਾ ਗਿਆ ਸੀ। ਇਸ ਦੌਰਾਨ ਅਧਿਕਾਰੀਆਂ ਨੇ ਇਮਾਰਤ ਤੋਂ ਸਾਰਿਆਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਵਿਸਫੋਟਕਾਂ ਲਈ ਬਾਲਕੋਨੀ ਸਮੇਤ ਖੇਤਰ ਦੀ ਖੋਜ ਕਰ ਰਹੇ ਹਨ, ਜਿੱਥੇ ਸੈਲਾਨੀ, ਵਿਦਿਆਰਥੀ ਅਤੇ ਹੋਰ ਲੋਕ ਆਮ ਤੌਰ ਤੇ ਇਸ ਯਾਦਗਾਰੀ ਸਮਾਰਕ ਦੇ ਨਜ਼ਾਰੇ ਦਾ ਆਨੰਦ ਮਾਣ ਰਹੇ ਹੁੰਦੇ ਨੇ। ਉੱਥੇ ਇਸ ਦੀ ਬਜਾਏ ਹਫੜਾ ਦਫੜੀ ਅਤੇ ਦਹਿਸ਼ਤ ਨੇ ਜ਼ੋਰ ਫੜ ਲਿਆ।
ਪੁਲਿਸ ਦੀਆਂ ਗੱਡੀਆਂ ਅਤੇ ਐਂਬੂਲੈਂਸਸ ਆਪਣੇ ਸਾਇਰਨ ਵਜਾਉਂਦੇ ਹੋਏ ਪੁਲ ਦੇ ਪਾਰ ਲੰਘੀਆਂ। ਅਧਿਕਾਰੀਆਂ ਨੇ ਖਾਲੀ ਚੌਕ ਨੂੰ ਸੀਲ ਕਰ ਦਿੱਤਾ। ਲੰਘੇ ਵੀਰਵਾਰ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਭੈੜੀ ਸਮੂਹਿਕ ਗੋਲੀਬਾਰੀ 2015 ਵਿੱਚ ਹੋਈ ਸੀ, ਜਦੋਂ ਇੱਕ ਬੰਦੂਕਧਾਰੀ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਦੱਖਣ ਪੂਰਬੀ ਕਸਬੇ ਵਿੱਚ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ। ਓਕਲਾਹੋਮਾ ਦੇ ਇੱਕ ਜੱਜ ਨੇ ਇੱਕ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ, ਜਿਸ ਨੇ ਕਤਲ ਦੇ ਦੋਸ਼ ਵਿੱਚ ਲਗਭਗ 50 ਸਾਲ ਜੇਲ੍ਹ ਵਿੱਚ ਬਿਤਾਏ, ਜੋ ਕਿ ਇੱਕ ਅਪਰਾਧ ਲਈ ਬੇਕਸੂਰ ਐਲਾਨ ਕੀਤੇ ਜਾਣ ਵਾਲੇ ਸਭ ਤੋਂ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰਹਿਣ ਵਾਲਾ ਕੈਦੀ ਹੈ। 71 ਸਾਲਾਂ ਦੇ ਗਲੇਨ ਸਿਮਨਸ, ਜਿਸ ਨੂੰ ਜੁਲਾਈ ਵਿੱਚ ਰਿਹਾ ਕੀਤਾ ਗਿਆ ਸੀ, ਜਦੋਂ ਸਰਕਾਰੀ ਵਕੀਲਾਂ ਨੇ ਸਹਿਮਤੀ ਦਿੱਤੀ ਸੀ ਕਿ ਉਸਦੇ ਕੇਸ ਵਿੱਚ ਮੁੱਖ ਸਬੂਤ ਉਸਦੇ ਬਚਾਅ ਪੱਖ ਦੇ ਵਕੀਲਾਂ ਨੂੰ ਨਹੀਂ ਸੌਂਪੇ ਗਏ ਸਨ, ਨੂੰ ਲੰਘੇ ਮੰਗਲਵਾਰ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਸੀ। ਨੈਸ਼ਨਲ ਰਜਿਸਟਰੀ ਆਫ ਐਕਸੋਨਰੇਸ਼ਨਸ ਦੁਆਰਾ ਰੱਖੇ ਗਏ ਅੰਕੜਿਆਂ ਮੁਤਾਬਕ ਸਿਮਨਸ ਨੇ ਆਪਣੀ ਸਜ਼ਾ ਤੋਂ ਬਾਅਦ 48 ਸਾਲ 1 ਮਹੀਨਾ ਅਤੇ 18 ਦਿਨਾਂ ਦੀ ਸੇਵਾ ਕੀਤੀ, ਜਿਸ ਨਾਲ ਉਹ ਬਰੀ ਹੋਣ ਵਾਲਾ ਸਭ ਤੋਂ ਲੰਬਾ ਅਮਰੀਕੀ ਕੈਦੀ ਬਣ ਗਿਆ। ਸਿਮਨਸ ਨੇ ਬਾਅਦ ਵਿੱਚ ਕਿਹਾ ਕਿ ਉਹ ਜੇਲ੍ਹ ਵਿੱਚ ਆਪਣੇ ਸਮੇਂ ਤੋਂ ਬਾਅਦ ਸਹੀ ਮਹਿਸੂਸ ਕਰਦਾ ਹੈ, ਜਿਸ ਵਿੱਚ ਸ਼ੁਰੂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਿਮਨਸ ਨੇ ਆਪਣੀ ਬੇਗੁਨਾਹੀ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਉਹ 1974 ਵਿੱਚ ਐਡਮਿਨ ਸ਼ਰਾਬ ਦੀ ਦੁਕਾਨ ਦੇ ਅੰਦਰ ਕੈਰੋਲਿਨ ਸੂ ਰੋਜਰਸ ਦੀ ਹੱਤਿਆ ਦੇ ਸਮੇਂ ਲੁਈਸਿਆਨਾ ਵਿੱਚ ਸੀ। ਉਹ ਅਤੇ ਸਹਿ-ਮੁਲਜ਼ਮ ਡੌਨ ਰੌਬਰਟਸਨ ਦੋਵਾਂ ਨੂੰ ਕਤਲ ਦੇ ਮਾਮਲੇ 'ਚ 1975 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸ਼ੁਰੂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਫਾਂਸੀ ਦੀ ਸਜ਼ਾ ਨਾਲ ਸੰਬੰਧਿਤ ਯੂਐਸ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 1977 ਵਿੱਚ ਉਹਨਾਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਘਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਰੌਬਰਟਸ ਨੂੰ 2008 ਵਿੱਚ ਪੈਰੋਲ ਤੇ ਰਿਹਾ ਕੀਤਾ ਗਿਆ ਸੀ। ਰੱਖਿਆ ਅਟਾਰਨੀ ਜੋ ਨੌਰਵੁੱਡ ਨੇ ਲੰਘੇ ਬੁੱਧਵਾਰ ਨੂੰ ਕਿਹਾ ਕਿ ਇਹ ਫੈਸਲਾ ਸਿਮਨਸ ਨੂੰ ਗਲਤ ਦੋਸ਼ੀ ਠਹਿਰਾਉਣ ਲਈ ਰਾਜ ਤੋਂ $1,75,000 ਤੱਕ ਦੇ ਮੁਆਵਜ਼ੇ ਲਈ ਯੋਗ ਬਣਾਉਂਦਾ ਹੈ ਅਤੇ ਓਕਲਾਹੋਮਾ ਸਿਟੀ ਅਤੇ ਸਿਮਨਸ ਦੀ ਗ੍ਰਿਫਤਾਰੀ ਅਤੇ ਦੋਸ਼ੀ ਠਹਿਰਾਉਣ ਵਿੱਚ ਸ਼ਾਮਲ ਕਾਨੂੰਨ ਲਾਗੂ ਕਰਨ ਵਾਲੇ ਵਿਰੁੱਧ ਫੈਡਰਲ ਮੁਕੱਦਮੇ ਲਈ ਦਰਵਾਜ਼ਾ ਖੋਲ੍ਹਦਾ ਹੈ। ਨੌਰਵੁੱਡ ਨੇ ਕਿਹਾ ਕਿ ਹਾਲਾਂਕਿ ਮੁਆਵਜ਼ਾ ਸੰਭਾਵਤ ਤੌਰ ਤੇ ਕਈ ਸਾਲ ਦੂਰ ਹੈ ਅਤੇ ਸਿਮਨਸ ਇਸ ਸਮੇਂ ਕੈਂਸਰ ਦੇ ਇਲਾਜ ਦੌਰਾਨ ਦਾਨ ਤੇ ਗੁਜ਼ਾਰਾ ਕਰ ਰਿਹਾ ਹੈ, ਜਿਸ ਦਾ ਪਤਾ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਪਾਇਆ ਗਿਆ ਸੀ। ਚੀਨ 'ਚ ਭੂਚਾਲ ਦਾ ਕਹਿਰ ਅਜੇ ਰੁਕਿਆ ਨਹੀਂ ਸੀ ਕਿ ਇੱਕ ਹੋਰ ਹਾਦਸੇ ਨੇ ਕਈ ਲੋਕਾਂ ਦੀ ਜਾਨ ਲੈ ਲਈ। ਚੀਨ 'ਚ ਕੋਲੇ ਦੀ ਖਾਣ 'ਚ ਹੋਏ ਭਿਆਨਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਘਟਨਾ ਚੀਨ ਦੇ ਹੀ ਲੋਂਗਯਾਂਗ ਸੂਬੇ ਵਿੱਚ ਇੱਕ ਕੋਲੇ ਦੇ ਖਾਨ ਵਿੱਚ ਵਾਪਰੀ। ਅਧਿਕਾਰੀ ਸੂਤਰਾਂ ਮੁਤਾਬਕ ਇਸ ਹਾਦਸੇ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਹਾਦਸਾ ਹੈਂਗਸ਼ਾਨ ਜ਼ਿਲ੍ਹੇ ਵਿੱਚ ਕੁਨਿਆਨ ਕੋਲਾ ਖਾਨ ਵਿੱਚ ਵਾਪਰਿਆ। ਹਾਦਸੇ 'ਚ ਜ਼ਖਮੀ ਹੋਏ 13 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਦੱਸ ਦਈਏ ਕਿ ਚੀਨ ਕੋਲੇ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਉਪਭੋਗਤਾ ਹੈ। ਗਿਨੀ ਦੀ ਰਾਜਧਾਨੀ ਵਿੱਚ ਹੋਏ ਘਾਤਕ ਧਮਾਕੇ ਨੇ ਪੱਛਮੀ ਅਫਰੀਕੀ ਦੇਸ਼ ਵਿੱਚ ਗੈਸ ਦੀ ਕਮੀ ਦਾ ਖਤਰਾ ਪੈਦਾ ਕਰ ਦਿੱਤਾ ਹੈ। ਗਿਨੀ ਦੀ ਰਾਜਧਾਨੀ ਵਿੱਚ ਵਸਨੀਕ ਆਵਾਜਾਈ ਦੀਆਂ ਵਧੀਆਂ ਲਾਗਤਾਂ ਤੋਂ ਜਾਗ ਗਏ, ਜਦੋਂ ਅਧਿਕਾਰੀਆਂ ਨੇ ਇੱਕ ਵੱਡੇ ਧਮਾਕੇ ਤੋਂ ਬਾਅਦ ਗੈਸ ਸਟੇਸ਼ਨਸ ਨੂੰ ਬੰਦ ਕਰ ਦਿੱਤਾ ਤੇ ਅੱਗ ਲੱਗਣ ਕਾਰਨ ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਤੇ ਸੈਂਕੜੇ ਜ਼ਖਮੀ ਹੋ ਗਏ ਅਤੇ ਹੁਣ ਪੱਛਮੀ ਅਫਰੀਕੀ ਦੇਸ਼ ਵਿੱਚ ਗੈਸ ਦੀ ਸਪਲਾਈ ਵਿੱਚ ਵਿਘਨ ਪੈ ਸਕਦਾ ਹੈ। ਰਾਜਧਾਨੀ ਕੋਨਾਕਰੀ ਵਿੱਚ ਦੇਸ਼ ਦੇ ਮੁੱਖ ਇੰਧਨ ਡਿਪੂ ਵਿੱਚ ਇੱਕ ਧਮਾਕੇ ਤੋਂ ਬਾਅਦ ਸੋਮਵਾਰ ਨੂੰ ਲੱਗੀ ਅੱਗ ਵਿੱਚ ਘੱਟੋ-ਘੱਟ 18 ਲੋਕ ਮਾਰੇ ਗਏ ਅਤੇ 200 ਤੋਂ ਵੱਧ ਜ਼ਖਮੀ ਹੋਏ ਅਤੇ ਸੈਂਕੜੇ ਲੋਕ ਬੇਘਰ ਹੋ ਗਏ, ਜੋ ਕਿ ਦੇਸ਼ ਦੇ ਸਭ ਤੋਂ ਗਰੀਬ ਲੋਕਾਂ ਦਾ ਘਰ ਹੈ। ਗਿਨੀ ਆਯਾਤ ਕੀਤੇ ਪੈਟਰੋਲੀਅਮ ਉਤਪਾਦਾਂ ਤੇ ਨਿਰਭਰ ਕਰਦਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤਬਾਹ ਹੋਏ ਡਿਪੂ ਤੋਂ ਵੰਡੇ ਜਾਂਦੇ ਹਨ, ਜਿਸ ਨਾਲ ਵਸਤੂ ਦੀ ਖਰੀਦਦਾਰੀ ਦੇ ਡਰ ਦਾ ਡਰ ਹੁੰਦਾ ਹੈ। ਅਧਿਕਾਰੀਆਂ ਨੇ ਜ਼ਿਆਦਾਤਰ ਜਨਤਕ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਰੇ ਗੈਸ ਸਟੇਸ਼ਨਸ ਅਤੇ ਟੈਂਕਰਸ ਦੇ ਕੰਮ ਨੂੰ ਰੋਕ ਦਿੱਤਾ ਹੈ, ਜਦੋਂ ਕਿ ਸੈਂਕੜੇ ਲੋਕਾਂ ਲਈ ਅਸਥਾਈ ਪਨਾਹਗਾਹਾਂ ਪ੍ਰਦਾਨ ਕੀਤੀਆਂ ਗਈਆਂ ਸਨ। ਹਾਲਾਂਕਿ ਸਰਕਾਰ ਨੇ ਨਿਵਾਸੀਆਂ ਨੂੰ ਸੁਚੇਤ ਕੀਤਾ ਸੀ ਕਿ ਬਿਜਲੀ ਸਪਲਾਈ ਸੰਭਾਵੀ ਤੌਰ ਤੇ ਬੰਦ ਹੋਣ ਨਾਲ ਪ੍ਰਭਾਵਿਤ ਹੋ ਸਕਦੀ ਹੈ। ਘਰਾਂ ਅਤੇ ਸਹੂਲਤਾਂ ਨੂੰ ਅਜੇ ਵੀ ਪਾਵਰ ਦਿੱਤਾ ਗਿਆ, ਕਿਉਂਕਿ ਰਾਸ਼ਟਰੀ ਬਿਜਲੀ ਵੰਡ ਕੰਪਨੀ ਅਜੇ ਵੀ ਆਪਣੇ ਬਾਲਣ ਸਟਾਕ ਤੇ ਚੱਲ ਰਹੀ ਸੀ। ਹਾਲਾਂਕਿ ਗੈਸ ਦੀ ਕਮੀ ਪਹਿਲਾਂ ਹੀ ਜਨਤਕ ਆਵਾਜਾਈ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਹੀ ਸੀ, ਜਿਸ ਤੇ ਦੇਸ਼ ਵਿੱਚ ਬਹੁਤ ਜ਼ਿਆਦਾ ਆਬਾਦੀ ਨਿਰਭਰ ਹੈ। ਰਿਪੋਰਟ ਮੁਤਾਬਕ ਬਲੈਕ ਮਾਰਕੀਟ ਤੇ ਗਿਨੀਅਨ ਫਰੈਂਕ ਦੇ ਮੁੱਲ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। BTV ਦੇ ਬੁਲੇਟਿਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਉਦੋਂ ਤੱਕ ਤੁਸੀਂ ਵੇਖਦੇ ਰਹੋ BTV। Be positive, be yourself.